ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਮਿਹਰਮਤ ਦਾ ਸਦਕਾ ਚੱਲ ਰਹੀ ਅਰਦਾਸ ਦੀ ਲੜੀਵਾਰ ਵਿਚਾਰ ਦੇ ਅੰਦਰ ਆਪਾਂ ਕੱਲ੍ਹ ਦਾ ਜੋ ਵਿਸ਼ਾ ਵਿਚਾਰਿਆ ਸੀ ਉਹ ਸੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਅੰਮ੍ਰਿਤਸਰ ਸਤਿਗੁਰ ਸਤਿਵਾਦੀ ਜਿਤ ਨਾਤੈ ਕਊਆ ਹੰਸ ਹੋਵੈ। ਉਹ ਪਵਿੱਤਰ ਅਸਥਾਨ ਹੈ, ਉਹ ਮਹਾਨ ਅਸਥਾਨ ਹੈ ਜਿੱਥੇ ਦਰਸ਼ਨ ਦਿਦਾਰੇ ਕੀਤਿਆਂ ਮਨ ਨੂੰ ਸ਼ਾਂਤੀ ਮਿਲਦੀ ਹੈ, ਇਸ਼ਨਾਨ ਕੀਤਿਆਂ ਤਨ ਨੂੰ ਸ਼ਾਂਤੀ ਮਿਲਦੀ ਹੈ, ਤਨ ਨਿਰਮਲ ਹੁੰਦਾ ਹੈ ਅਤੇ ਦਰਸ਼ਨ ਕੀਤਿਆਂ ਮਨ ਨਿਰਮਲ ਹੁੰਦਾ ਹੈ। ਬੀਬੀ ਰਜਨੀ ਕਰਕੇ ਇੱਕ ਹੋਈ ਹੈ, ਉਸਦਾ ਜਿਹੜਾ ਘਰ ਵਾਲਾ ਸੀ ਉਹ ਜਨਮ ਤੋਂ ਹੀ ਕੋਹੜੀ ਸੀ ਅਤੇ ਜਿਹੜੀ ਬੀਬੀ ਰਜਨੀ ਸੀ ਉਹ ਪਰਮਾਤਮਾ 'ਤੇ ਭਰੋਸੇ ਵਾਲੀ ਸੀ। ਕਹਿੰਦੇ ਜਦੋਂ ਉਸਦਾ ਵਿਆਹ ਵੀ ਹੋਣਾ ਸੀ ਅਤੇ ਉਸਦਾ ਪਿਤਾ ਕਹਿੰਦਾ ਸੀ ਮੈਂ ਤਾਕਤਵਰ ਹਾਂ, ਅਤੇ ਰਜਨੀ ਕਹਿੰਦੀ ਸੀ ਨਹੀਂ, ਅਕਾਲ ਪੁਰਖ ਪਰਮਾਤਮਾ ਸਾਰਾ ਕੁਝ ਦੇਣ ਵਾਲਾ ਹੈ, ਉਹ ਤਾਕਤਵਰ ਹੈ। ਅਤੇ ਉਸਦੇ ਪਿਤਾ ਨੇ ਬੀਬੀ ਰਜਨੀ ਨੂੰ ਨੀਵਾਂ ਦਿਖਾਉਣ ਦੇ ਵਾਸਤੇ ਕਿ ਇਸ ਦੀ ਪਰਮਾਤਮਾ ਤੋਂ ਜਿਹੜੀ ਹੈ ਲਗਨ ਟੁੱਟੇ ਅਤੇ ਇਹ ਮੈਨੂੰ ਤਾਕਤਵਰ ਮੰਨੇ, ਇਸ ਲਈ ਉਸਨੇ ਉਸਦਾ ਪਿੰਗਲੇ ਦੇ ਨਾਲ ਵਿਆਹ ਕੀਤਾ ਸੀ। ਅਤੇ ਸਮਾਂ ਪਾਉਣ 'ਤੇ ਉਹ ਜਿਹੜੀ ਬੀਬੀ ਰਜਨੀ ਸੀ ਆਪਣੇ ਪਿੰਗਲੇ ਪਤੀ ਨੂੰ ਆਪਣੇ ਸਿਰ ਦੇ ਉੱਤੇ ਟੋਕਰੇ 'ਚ ਪਾ ਕੇ ਲੈ ਕੇ ਜਿੱਥੇ ਵੀ ਜਾਣਾ ਹੁੰਦਾ ਸੀ ਉੱਥੇ ਲੈ ਕੇ ਜਾਂਦੀ ਸੀ। ਅਤੇ ਇੱਕ ਵਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਅਸਥਾਨ ਦੇ ਉੱਤੇ ਜਦੋਂ ਅਜੇ ਪੱਕਾ ਸਰੋਵਰ ਨਹੀਂ ਬਣਿਆ ਸੀ ਉੱਥੇ ਛੱਡ ਕੇ ਅਤੇ ਬੀਬੀ ਰਜਨੀ ਆਪ ਨਗਰ ਦੇ ਵਿੱਚ ਜਿਹੜਾ ਹੈ ਭੋਜਨ ਪਾਣੀ ਦੇ ਇੰਤਜ਼ਾਮ ਦੇ ਵਾਸਤੇ ਜਾਂ ਕਹਿ ਲਓ ਮੰਗਣ ਦੇ ਵਾਸਤੇ ਚਲੀ ਗਈ। ਅਤੇ ਜਿਹੜਾ ਇਸ ਦਾ ਘਰ ਵਾਲਾ ਸੀ ਉਸਨੇ ਦੇਖਿਆ ਕਿ ਕਾਂ ਆਉਂਦੇ ਹਨ, ਉੱਡ ਕੇ ਛੱਪੜੀ ਦੇ ਵਿੱਚ ਨਹਾਉਂਦੇ ਹਨ ਅਤੇ ਵਿੱਚੋਂ ਹੰਸਾਂ ਦੇ ਵਰਗੇ ਚਿੱਟੇ ਹੋ ਕੇ ਨਿਕਲਦੇ ਹਨ। ਅਤੇ ਇਸਨੇ ਵੀ ਉਦਮ ਕੀਤਾ, ਮਨ ਦੇ ਅੰਦਰ ਪਰਮਾਤਮਾ ਨੇ ਸਮਾਂ ਬਦਲਣਾ ਸੀ। ਟੋਕਰੀ ਦੇ ਵਿੱਚੋਂ ਰਿੜ ਕੇ ਉਸ ਛੱਪੜੀ ਦੇ ਵਿੱਚ ਗਿਆ, ਇੱਕ ਹੱਥ ਦੇ ਨਾਲ ਇੱਕ ਟਾਹਣੀ ਨੂੰ ਫੜ ਲਿਆ ਬੇਰੀ ਦੀ ਨੂੰ, ਅਤੇ ਬਾਕੀ ਸਾਰੇ ਸਰੀਰ ਦੇ ਨਾਲ ਇਸ਼ਨਾਨ ਕਰਕੇ ਜਦੋਂ ਬਾਹਰ ਆਇਆ ਅਤੇ ਇਸ ਦਾ ਸਰੀਰ ਵੀ ਬਿਲਕੁਲ ਨਿਰੋਆ ਹੋ ਗਿਆ। ਪਰ ਜਿਸ ਹੱਥ ਦੇ ਨਾਲ ਇਸਨੇ ਟਾਹਣੀ ਫੜੀ ਹੋਈ ਸੀ ਉਸ ਹੱਥ ਦੇ ਉੱਤੇ ਅਜੇ ਵੀ ਕੋੜ ਦਾ ਨਿਸ਼ਾਨ ਰਹਿ ਗਿਆ ਸੀ। ਇਹੋ ਜਿਹਾ ਅਸਥਾਨ ਹੈ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਵੱਲੋਂ ਕੀਤੇ ਹੋਏ ਬਚਨਾਂ ਦੇ ਨਾਲ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵੱਲੋਂ ਵਸਾਇਆ ਹੋਇਆ ਅਸਥਾਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਜਿਸ ਦੇ ਦਰਸ਼ਨਾਂ ਦੀ ਅਸੀਂ ਨਿਤਾ ਪ੍ਰਤੀ ਅਰਦਾਸ ਦੇ ਵਿੱਚ ਜਾਚਨਾ ਕਰਦੇ ਹਾਂ, ਮੰਗ ਮੰਨਦੇ ਹਾਂ। ਅੱਜ ਦਾ ਜੋ ਅਗਲਾ ਅਰਦਾਸ ਦਾ ਵਿਸ਼ਾ ਹੈ ਉਹ ਹੈ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟੱਲ। ਚੌਂਕੀਆਂ ਝੰਡੇ ਅਤੇ ਬੁੰਗੇ ਤਿੰਨੋਂ ਅਲੱਗ ਅਲੱਗ ਚੀਜ਼ਾਂ ਹਨ। ਜਿਹੜੀਆਂ ਚੌਂਕੀਆਂ ਹਨ, ਚੌਂਕੀ ਦਾ ਭਾਵ ਜਿਹੜਾ ਹੁੰਦਾ ਹੈ ਅਸਲੀ ਤੌਰ 'ਤੇ ਉਹ ਹੁੰਦਾ ਹੈ ਪਹਿਰੇਦਾਰੀ। ਬਹੁਤੇ ਥਾਵਾਂ 'ਤੇ ਵੱਡੇ ਥਾਣੇ ਹੁੰਦੇ ਹਨ, ਫਿਰ ਛੋਟੇ ਥਾਵੇਂ ਜਿੱਥੇ ਕਿਤੇ ਜ਼ਿਆਦਾ ਉਪਦਰਵ ਹੁੰਦਾ ਹੋਵੇ, ਜਿੱਥੇ ਜ਼ਿਆਦਾ ਰੌਲਾ ਪੈਂਦਾ ਹੋਵੇ, ਉੱਥੇ ਫਿਰ ਚੌਂਕੀ ਬਿਠਾਈ ਜਾਂਦੀ ਹੈ ਕਿ ਤੁਸੀਂ ਪਹਿਰਾ ਦੇਣਾ ਹੈ ਕਿ ਇੱਥੇ ਕੋਈ ਖਰਾਬੀ ਨਾ ਕਰੇ। ਅਤੇ ਚੌਂਕੀਆਂ ਦਾ ਅਸਲੀ ਭਾਵ ਜਿਹੜਾ ਹੁੰਦਾ ਹੈ ਉਹ ਹੈ ਪਹਿਰੇਦਾਰੀ ਕਰਨਾ। ਪਰ ਸਿੱਖ ਵਿਚਾਰਧਾਰਾ ਦੇ ਅੰਦਰ ਅਸੀਂ ਚਾਹੇ ਸਾਡੇ ਤੋਂ ਬਾਹਰ ਤੋਂ ਹਮਲਾ ਹੋਣਾ ਹੋਵੇ ਅਤੇ ਚਾਹੇ ਸਾਡੇ ਅੰਦਰੋਂ ਹਮਲਾ ਹੋਣਾ ਹੋਵੇ, ਸਾਨੂੰ ਹਰ ਵੇਲੇ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ, ਭਾਵ ਪਹਿਰਾ ਦੇਣਾ ਹੈ। ਇਸੇ ਲਈ ਪਹਿਰਾ ਵੀ ਜਿਹੜਾ ਹੈ ਉਹ ਸ਼ਬਦ ਦਾ ਦੇਣਾ ਹੈ। ਚੌਂਕੀ ਚੌਗਿਰਦ ਹਮਾਰੇ, ਜਿਹੜੀ ਸ਼ਬਦ ਦੀ ਚੌਂਕੀ ਹੈ ਉਹ ਸਾਡੇ ਦੁਆਲੇ ਫਿਰ ਸਦਾ ਹੀ ਸਾਨੂੰ ਸਲਾਮਤ ਰੱਖੇਗੀ, ਸੁਰੱਖਿਅਤ ਰੱਖੇਗੀ, ਜੇ ਸਾਡੇ ਜੀਵਨ ਦੇ ਅੰਦਰ ਸ਼ਬਦ ਦਾ ਸ਼ਿੰਗਾਰ ਹੋਵੇਗਾ। ਇਸੇ ਲਈ ਚੌਂਕੀਆਂ ਜਿਹੜੀਆਂ ਹਨ ਉਹ ਕੇਵਲ ਚੌਂਕੀਆਂ ਹੀ ਨਹੀਂ, ਉਹਨਾਂ ਨੂੰ ਸ਼ਬਦ ਚੌਂਕੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਤਿੰਨ ਚੌਂਕੀਆਂ ਜਿਹੜੀਆਂ ਹਨ ਉਹ ਇਤਿਹਾਸਕ ਤੌਰ 'ਤੇ ਪਰੰਪਰਿਕ ਤੌਰ 'ਤੇ ਜਿਹੜੀਆਂ ਉਹ ਮੰਨੀਆਂ ਜਾਂਦੀਆਂ ਹਨ। ਇੱਕ ਨਿਤਨੇਮ ਦੀਆਂ ਚੌਂਕੀਆਂ, ਦੂਜੀਆਂ ਇਤਿਹਾਸਕ ਚੌਂਕੀਆਂ ਅਤੇ ਤੀਜੀਆਂ ਯਾਤਰੂ ਚੌਂਕੀਆਂ।
ਜਿਹੜੀਆਂ ਨਿਤਨੇਮ ਦੀਆਂ ਚੌਂਕੀਆਂ ਹਨ ਉਹ ਜਦੋਂ ਦਰਬਾਰ ਸਾਹਿਬ ਤੋਂ ਅਸੀਂ ਕੀਰਤਨ ਸੁਣਾਂਗੇ ਜਾਂ ਉੱਥੇ ਦਾ ਇਤਿਹਾਸ ਪੜ੍ਹਾਂਗੇ ਤਾਂ ਸਾਨੂੰ ਉਹਨਾਂ 5 ਚੌਂਕੀਆਂ ਦੇ ਬਾਰੇ ਗਿਆਨ ਹੋਵੇਗਾ। ਨਿਤਨੇਮ ਦੀਆਂ 5 ਚੌਂਕੀਆਂ ਹਨ। ਇੱਕ ਆਸਾ ਜੀ ਦੀ ਵਾਰ ਦੀ ਚੌਂਕੀ ਸਵੇਰੇ ਅੰਮ੍ਰਿਤ ਵੇਲੇ ਜੋ ਲੱਗਦੀ ਹੈ, ਜਿਸ ਦੇ ਵਿੱਚ ਸੰਪੂਰਨ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਹੈ। ਦੂਸਰੀ ਸੂਰਜ ਚੜ੍ਹਨ ਵੇਲੇ, ਜਿਸ ਨੂੰ ਬਿਲਾਵਲ ਦੀ ਚੌਂਕੀ ਕਿਹਾ ਜਾਂਦਾ ਹੈ। ਤੀਸਰੀ ਚੌਂਕੀ ਹੈ ਚਰਨ ਕਮਲ ਕੀ ਚੌਂਕੀ, ਜਿਹੜੀ ਸਵਾ ਪਹਿਰ ਦਿਨ ਬਤੀਤ ਹੋਣ ਤੋਂ ਬਾਅਦ ਗਾਈ ਜਾਂਦੀ ਹੈ, ਭਾਵ ਲਗਭਗ 9:30 ਪੌਣੇ 10 ਵਜੇ ਉਹ ਚੌਂਕੀ ਲੱਗਦੀ ਹੈ ਅਤੇ ਉਸਦੇ ਅੰਦਰ ਇਹ ਸ਼ਬਦ ਗਾਇਆ ਜਾਂਦਾ ਹੈ ਜ਼ਰੂਰ ਕਿ ਚਰਨ ਕਮਲ ਪ੍ਰਭ ਕੇ ਨਿਤ ਧਿਆਵੋਂ। ਇਹ ਸ਼ਬਦ ਨਿਤਾ ਪ੍ਰਤੀ ਦਰਬਾਰ ਸਾਹਿਬ ਸਵੇਰੇ 10 ਵਜੇ ਤੱਕ ਗਾਇਆ ਜਾਂਦਾ ਹੈ। ਫਿਰ ਇੱਕ ਸ਼ਾਮ ਨੂੰ ਸੋਦਰ ਦੀ ਚੌਂਕੀ ਲੱਗਦੀ ਹੈ, ਜਿਸ ਦੇ ਅੰਦਰ ਰਾਗੀ ਸਿੰਘ ਪਹਿਲਾਂ ਸ਼ਬਦ ਗਾਇਨ ਕਰਦੇ ਹਨ। ਫਿਰ ਸੋਦਰ ਰਾਏ ਰਾਜ ਸਾਹਿਬ ਜੀ ਦਾ ਪਹਿਲਾ ਸ਼ਬਦ ਹੈ ਜਿਹੜਾ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵਹਿ ਸਰਬ ਸੰਭਾਲੇ, ਇਸ ਸ਼ਬਦ ਦਾ ਗਾਇਨ ਕਰਦੇ ਹਨ। ਇਸ ਨੂੰ ਕਹਿੰਦੇ ਹਨ ਸੋਦਰ ਦੀ ਚੌਂਕੀ। ਇੱਕ ਹੁੰਦੀ ਹੈ ਕਲਿਆਣ ਦੀ ਚੌਂਕੀ, ਉਸ ਦੇ ਵਿੱਚ ਕਲਿਆਣਕਾਰੀ ਸ਼ਬਦ ਪੜ੍ਹੇ ਜਾਂਦੇ ਹਨ। ਉਹ ਸੋਦਰ ਦੀ ਚੌਂਕੀ ਤੋਂ ਬਾਅਦ ਸੁਖਾਸਨ ਸਾਹਿਬ ਤੋਂ ਬਾਅਦ ਲੱਗਦੀ ਹੈ। ਇਹ 5 ਚੌਂਕੀਆਂ ਜਿਹੜੀਆਂ ਹਨ ਇਹ ਨਿਤਨੇਮ ਦੀਆਂ ਚੌਂਕੀਆਂ ਹਨ। ਇਸ ਤੋਂ ਇਲਾਵਾ ਇਤਿਹਾਸਕ ਚੌਂਕੀਆਂ ਜਿਹੜੀਆਂ ਹਨ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਸਮੇਂ ਤੋਂ ਆਰੰਭ ਹੋਈਆਂ ਹਨ। ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਹਨ ਅਤੇ ਇਹਨਾਂ ਦੇ ਸਾਂਢੂ ਭਾਈ ਸਾਈਂ ਦਾਸ ਜੀ ਅਤੇ ਸਾਲੀ ਬੀਬੀ ਰਾਮੋ ਬਾਈ ਜੀ ਜੋ ਪਿੰਡ ਡਰੋਲੀ ਵਿਖੇ ਰਹਿੰਦੇ ਹਨ, ਇਹਨਾਂ ਨੇ ਆਪਣਾ ਨਵਾਂ ਘਰ ਬਣਾਇਆ ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀਆਂ ਕਰ ਕਰਕੇ ਆਪਣੇ ਨਵੇਂ ਘਰ ਦੇ ਵਿੱਚ ਚਰਨ ਪਾਉਣ ਦੇ ਵਾਸਤੇ ਬੇਨਤੀ ਕੀਤੀ। ਪੂਰਾ ਘਰ ਤਿਆਰ ਕਰਕੇ ਉਸ ਦੇ ਸਾਹਮਣੇ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਕਿ ਜਿੰਨਾ ਚਿਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨਹੀਂ ਇਸ ਘਰ ਦੇ ਅੰਦਰ ਚਰਨ ਪਾਉਂਦੇ ਉਹਨਾਂ ਚਿਰ ਅਸੀਂ ਪਰਿਵਾਰ ਨੇ ਇਸ ਘਰ ਦੇ ਅੰਦਰ ਵਾਸਾ ਨਹੀਂ ਕਰਨਾ। ਕਾਫੀ ਸਮਾਂ ਬਤੀਤ ਹੋਣ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਉੱਥੇ ਗਏ, ਜਾ ਕੇ ਦਰਸ਼ਨ ਦਿਦਾਰੇ ਕੀਤੇ। ਇਤਿਹਾਸ ਦੇ ਵਿੱਚ ਆਪਾਂ ਭਾਈ ਸਾਧੂ ਭਾਈ ਰੂਪੇ ਦਾ ਜ਼ਿਕਰ ਬਹੁਤ ਵਾਰ ਸੁਣਿਆ ਹੋਵੇਗਾ। ਪਿੱਛੇ ਜਿਹੇ ਜਦੋਂ ਯਾਤਰਾ ਆਈ ਸੀ ਹਜ਼ੂਰ ਸਾਹਿਬ ਤੋਂ ਨਾਨਕ ਝੀਰੇ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ, ਉਸ ਦੇ ਵਿੱਚ ਵੀ ਜਿਹੜੇ ਹਨ ਭਾਈ ਸਾਧੂ ਭਾਈ ਰੂਪਾ ਦੇ ਪਰਿਵਾਰ ਦੇ ਵਿੱਚੋਂ ਮੈਂਬਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀਆਂ ਨਿਸ਼ਾਨੀਆਂ ਜਿਹੜੀਆਂ ਦਿੱਤੀਆਂ ਹੋਈਆਂ ਹਨ ਉਹਨਾਂ ਦੇ ਦਰਸ਼ਨ ਕਰਾਉਣ ਦੇ ਵਾਸਤੇ ਆਏ ਸਨ। ਡਰੋਲੀ ਤੋਂ ਜਾ ਕੇ ਹੀ ਭਾਈ ਸਾਧੂ ਭਾਈ ਰੂਪੇ ਨੂੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਨਿਹਾਲ ਕੀਤਾ ਸੀ। ਜਦੋਂ ਬਹੁਤੇ ਦਿਨ ਬਤੀਤ ਹੋ ਗਏ ਅਤੇ ਜਿਹੜੀਆਂ ਸੰਗਤਾਂ ਦਰਬਾਰ ਸਾਹਿਬ ਆਉਂਦੀਆਂ ਸਨ ਦਰਸ਼ਨ ਕਰਨ ਵਾਸਤੇ, ਉਹਨਾਂ ਦੇ ਮਨ ਜਿਹੜੇ ਹਨ ਉਹ ਕਾਹਲੇ ਪੈਣੇ ਸ਼ੁਰੂ ਹੋ ਗਏ ਕਿ ਸਾਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਕਦੋਂ ਹੋਣਗੇ। ਅਤੇ ਉਹਨਾਂ ਨੇ ਚਿੱਠੀ ਲਿਖੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਰਾਹੀਂ ਅਤੇ ਕਿ ਆਪ ਜੀ ਜਲਦੀ ਦਰਸ਼ਨ ਦਿਦਾਰੇ ਦੇਣ ਦੇ ਵਾਸਤੇ ਪਹੁੰਚੋ, ਸੰਗਤਾਂ ਵਿਆਕੁਲ ਹੋ ਰਹੀਆਂ ਹਨ। ਅਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਅੱਗੋਂ ਚਿੱਠੀ ਲਿਖ ਕੇ ਜਵਾਬ ਦਿੱਤਾ ਸੀ ਕਿ ਇੱਥੇ ਭਾਵ ਜਿੱਥੇ ਡਰੋਲੀ ਪਿੰਡ ਦੇ ਵਿੱਚ ਆਏ ਹੋਏ ਹਾਂ, ਇੱਥੇ ਜਦੋਂ ਕਾਰਜ ਸਮਾਪਤ ਹੋ ਜਾਵੇਗਾ ਅਸੀਂ ਉਸ ਵੇਲੇ ਜਲਦੀ ਤੋਂ ਜਲਦੀ ਦਰਬਾਰ ਸਾਹਿਬ ਵਾਪਸ ਆਵਾਂਗੇ, ਪਰ ਜਿੰਨਾ ਚਿਰ ਵਾਪਸ ਨਹੀਂ ਆਉਂਦੇ ਓਨਾ ਚਿਰ ਤੁਸੀਂ ਸ਼ਬਦ ਬਾਣੀ ਦਾ ਗਾਇਨ ਕਰੋ, ਕੀਰਤਨ ਕਰੋ, ਤੁਹਾਨੂੰ ਸਾਡੇ ਦੀਦਾਰ ਹੋਣਗੇ, ਅਸੀਂ ਉਸ ਸ਼ਬਦ ਚੌਂਕੀ ਦੇ ਵਿੱਚ ਹਾਜ਼ਰ ਹੋਵਾਂਗੇ। ਜਦੋਂ ਇਹ ਜਵਾਬ ਸੁਣਿਆ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਇੱਕ ਸਿੱਖ ਦੇ ਹੱਥ ਦੇ ਵਿੱਚ ਚਾਂਦੀ ਦਾ ਆਸਾ ਭਾਵ ਚਾਂਦੀ ਦਾ ਡੰਡਾ ਫੜਾਇਆ, 2 ਹੱਥਾਂ ਦੇ 2 ਸਿੱਖਾਂ ਦੇ ਹੱਥ ਦੇ ਵਿੱਚ ਮਸ਼ਾਲਾਂ ਫੜਾਈਆਂ ਅਤੇ ਇੱਕ ਦੇ ਹੱਥ ਦੇ ਵਿੱਚ ਨਿਸ਼ਾਨ ਸਾਹਿਬ ਫੜਾ ਕੇ ਉੱਥੇ ਪਰਿਕਰਮਾ ਕੀਤੀ ਦਰਬਾਰ ਸਾਹਿਬ ਦੀ, ਅਤੇ ਨਾਲ ਨਾਲ ਜਿਹੜੀਆਂ ਸੰਗਤਾਂ ਆਈਆਂ ਸਨ ਉਹਨਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਾ ਕੇ ਗੁਰੂ ਚਰਨਾਂ ਦੇ ਨਾਲ ਜੋੜਿਆ। ਪਹਿਲੀ ਇਹ ਇਤਿਹਾਸਕ ਚੌਂਕੀ ਆਰੰਭ ਹੋਈ ਸੀ ਅਤੇ ਦੂਸਰੀ ਇਤਿਹਾਸਕ ਚੌਂਕੀ ਉਹ ਵੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਨਾਲ ਹੀ ਸੰਬੰਧਿਤ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਕੈਦ ਕੀਤਾ ਗਿਆ ਜਹਾਂਗੀਰ ਦੇ ਵੱਲੋਂ,
ਤੇ ਉਸ ਵੇਲੇ ਬਹੁਤਾ ਸਮਾਂ ਜਦੋਂ ਬਤੀਤ ਹੋ ਗਿਆ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਿਹਾ ਨਾ ਕੀਤਾ ਗਿਆ। ਸੰਗਤਾਂ ਫਿਰ ਦਰਸ਼ਨਾਂ ਦੇ ਵਾਸਤੇ ਵਿਆਕੁਲ ਹੋਈਆਂ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਸੰਗਤਾਂ ਨੇ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥਿਆਂ ਦੇ ਰੂਪ ਦੇ ਵਿੱਚ ਜਾਣਾ ਸ਼ੁਰੂ ਕੀਤਾ। ਕੀਰਤਨ ਕਰਦੀਆਂ ਸੰਗਤਾਂ ਜਾਂਦੀਆਂ, ਪਿੰਡ ਪਿੰਡ ਰੁਕਦੀਆਂ, ਪੜਾਅ ਕਰਦੀਆਂ, ਉੱਥੇ ਕੀਰਤਨ ਵੀ ਹੁੰਦਾ ਤੇ ਨਾਲੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਗ੍ਰਿਫਤਾਰੀ ਦੇ ਵਜੋਂ ਸੰਗਤਾਂ ਦੇ ਅੰਦਰ ਰੋਹ ਵੀ ਜਗਾਇਆ ਜਾਂਦਾ ਕਿ ਜਿਹੜੀ ਹਕੂਮਤ ਹੈ ਉਹ ਇਸ ਤਰੀਕੇ ਦੇ ਨਾਲ ਧੱਕਾ ਕਰ ਰਹੀ ਹੈ। ਤੇ ਸੰਗਤਾਂ ਸ਼ਬਦ ਕੀਰਤਨ ਕਰਦੀਆਂ ਕਰਦੀਆਂ ਗਵਾਲੀਅਰ ਦੇ ਕਿਲੇ ਤੱਕ ਪਹੁੰਚਦੀਆਂ, ਜਾ ਕੇ ਉਸ ਦੀ ਪਰਿਕਰਮਾ ਕਰਦੀਆਂ, ਗੁਰੂ ਸਾਹਿਬ ਜੀ ਦੇ ਦੀਦਾਰੇ ਵਾਸਤੇ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਦੀਆਂ। ਇਸ ਤਰੀਕੇ ਦੇ ਨਾਲ ਜਦੋਂ ਬਹੁਤਾ ਸਮਾਂ ਬਤੀਤ ਹੋ ਗਿਆ ਤਾਂ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਰਿਹਾ ਕੀਤਾ ਸੀ ਤੇ ਪਾਤਸ਼ਾਹ ਜੀ ਨੇ ਨਾਲ ਆਪਣੇ 52 ਰਾਜਿਆਂ ਨੂੰ ਵੀ ਉਸ ਕਿਲੇ ਦੇ ਵਿੱਚੋਂ ਰਿਹਾ ਕਰਵਾਇਆ, ਜਿਸ ਦੀ ਖੁਸ਼ੀ ਦੇ ਵਿੱਚ ਅਸੀਂ ਬੰਦੀ ਛੋੜ ਦਿਵਸ ਮਨਾਉਂਦੇ ਹਾਂ। ਇਸ ਤਰੀਕੇ ਦੇ ਨਾਲ ਇਹ ਪਹਿਲੀ ਰਾਜਸੀ ਚੌਂਕੀ ਸੀ ਜਿਹੜੀ ਹਕੂਮਤ ਦੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਾਰੰਭ ਹੋਈ ਤੇ ਗਵਾਲੀਅਰ ਦੇ ਕਿਲੇ ਤੱਕ ਸੰਗਤਾਂ ਚੌਂਕੀ ਕੱਢਦੀਆਂ ਜਾਂਦੀਆਂ ਸਨ, ਜੋ ਕੇਵਲ ਅੰਦਰਲੇ ਨਹੀਂ ਬਾਹਰਲੇ ਜ਼ਬਰ ਦੇ ਵਿਰੁੱਧ ਵੀ ਰੋਸ ਕਰਨ ਹਿੱਤ ਨਿਕਲੀ ਸੀ। ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ 11 ਚੌਂਕੀਆਂ ਜਿਹੜੀਆਂ ਹਨ ਉਹ ਨਿਤਾ ਪ੍ਰਤੀ ਚੱਲਦੀਆਂ ਹਨ। ਇਸ ਤੋਂ ਬਾਅਦ ਜਿਹੜੀ ਚੌਂਕੀ ਆਉਂਦੀ ਹੈ ਜਾਤਰੂ ਚੌਂਕੀ। ਪਹਿਲੀ ਸੀ ਨਿਤਨੇਮ, ਦੂਜੀ ਸੀ ਇਤਿਹਾਸਕ, ਤੀਜੀ ਜਾਤਰੂ ਚੌਂਕੀ। ਇਹ ਜਿਹੜੀਆਂ ਚੌਂਕੀਆਂ ਹਨ ਮਿੱਥੇ ਹੋਏ ਦਿਨਾਂ ਦੇ ਉੱਤੇ ਵੱਖ-ਵੱਖ ਗੁਰਧਾਮਾਂ ਤੋਂ ਦੂਸਰੇ ਗੁਰਧਾਮਾਂ ਤੱਕ ਜਾਂਦੀਆਂ ਹਨ। ਜਿਵੇਂ ਮੱਸਿਆ ਦੇ ਦਿਨ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਇੱਕ ਸ਼ਬਦ ਚੌਂਕੀ ਚੱਲਦੀ ਹੈ, ਉਹ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਤੱਕ ਜਾਂਦੀ ਹੈ। ਪੰਚਮੀ ਦੇ ਮੇਲੇ 'ਤੇ ਸ਼੍ਰੀ ਤਰਨਤਾਰਨ ਸਾਹਿਬ ਤੋਂ ਆਰੰਭ ਹੁੰਦੀ ਹੈ ਚੌਂਕੀ ਤੇ ਗੋਇੰਦਵਾਲ ਸਾਹਿਬ ਨੂੰ ਜਾਂਦੀ ਹੈ। ਇਸੇ ਤਰ੍ਹਾਂ ਹੀ 47 ਦੀ ਵੰਡ ਤੋਂ ਪਹਿਲਾਂ ਗੁਜਰਾਂਵਾਲੇ ਤੋਂ ਸ਼ਬਦ ਚੌਂਕੀ ਸ਼ੁਰੂ ਹੁੰਦੀ ਸੀ ਤੇ ਉਹ ਗੁਰਦੁਆਰਾ ਰੋੜੀ ਸਾਹਿਬ ਤੱਕ ਜਾਂਦੀ ਸੀ। ਜਿਹੜੀ ਤਰਨਤਾਰਨ ਸਾਹਿਬ ਵਾਲੀ ਚੌਂਕੀ ਹੈ ਉਹ ਗੁਰੂ ਅਰਜਨ ਦੇਵ ਜੀ ਵੇਲੇ ਲੱਗਣੀ ਹੀ ਆਰੰਭ ਹੋ ਗਈ ਸੀ। ਇਸ ਤਰੀਕੇ ਦੇ ਨਾਲ ਜਿਹੜੀਆਂ ਸ਼ਬਦ ਚੌਂਕੀਆਂ ਗੁਰੂ ਘਰ ਦੇ ਅੰਦਰ ਚੱਲਦੀਆਂ ਹਨ। ਅੱਜ ਕੱਲ੍ਹ ਅਸੀਂ ਪ੍ਰਭਾਤ ਫੇਰੀਆਂ ਦੇ ਰੂਪ ਦੇ ਵਿੱਚ ਕੱਢਦੇ ਹਾਂ। ਸਾਰਿਆਂ ਦਾ ਭਾਵ ਇਹੋ ਹੀ ਹੁੰਦਾ ਹੈ ਕਿ ਅਸੀਂ ਅੰਦਰਲੇ ਅਤੇ ਬਾਹਰਲੇ ਹਮਲਿਆਂ ਤੋਂ ਆਪਣੇ ਆਪ ਨੂੰ ਸਾਵਧਾਨ ਰੱਖਣਾ, ਪਹਿਰਾ ਦੇਣਾ ਤੇ ਗੁਰੂ ਦੇ ਸ਼ਬਦ ਦਾ ਪ੍ਰਚਾਰ ਕਰਨਾ। ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਚੌਂਕੀ ਦੇ ਵਿੱਚ, ਇੱਕ ਤਾਂ ਅਸੀਂ ਸ਼ਬਦ ਬਾਣੀ ਦੇ ਨਾਲ ਜੁੜਦੇ ਹਾਂ, ਦੂਸਰੇ ਮਨ ਅੰਦਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਕਿ ਮੈਂ ਸ਼ਬਦ ਚੌਂਕੀ ਦੇ ਵਿੱਚ ਸ਼ਾਮਿਲ ਹੋਵਾਂਗਾ, ਮੇਰੇ ਦੀਦਾਰ ਹੋਣਗੇ, ਤੇ ਸਾਡੇ ਮਨ ਅੰਦਰ ਗੁਰੂ ਦੇ ਦੀਦਾਰ ਦੀ ਤੰਗ ਵੀ ਪੈਦਾ ਹੁੰਦੀ ਹੈ। ਇਸੇ ਲਈ ਅਸੀਂ ਨਿਤਾ ਪ੍ਰਤੀ ਅਰਦਾਸ ਦੇ ਵਿੱਚ ਚੌਂਕੀਆਂ ਜਿਹੜੀਆਂ ਹਨ ਉਹਨਾਂ ਦੀ ਸਦੀਵ ਕਾਲ ਅਟਲਤਾ ਦੇ ਵਾਸਤੇ ਗੁਰੂ ਦੇ ਪਾਸੋਂ, ਪਰਮਾਤਮਾ ਦੇ ਪਾਸੋਂ ਮੰਗ ਕਰਦੇ ਹਾਂ, ਜੋਦੜੀ ਕਰਕੇ ਫਰਿਆਦ ਕਰਦੇ ਹਾਂ। ਦੂਸਰਾ ਹੈ ਝੰਡੇ। ਝੰਡੇ ਤੋਂ ਭਾਵ ਹੈ ਨਿਸ਼ਾਨ ਸਾਹਿਬ। ਬਹੁਤਾਤ ਪ੍ਰਚਲਿਤ ਇਹ ਹੈ ਕਿ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਾਰੰਭ ਕੀਤਾ। ਜਿਹੜਾ ਕੇਸਰੀ ਕਹਿ ਲਓ ਜਾਂ ਸੁਰਮਈ ਕਹਿ ਲਓ, ਇਹ ਨਿਸ਼ਾਨ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਾਰੰਭ ਕੀਤਾ। ਪਰ ਇਸ ਤੋਂ ਪਹਿਲਾਂ ਵੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਵੀ ਨਿਸ਼ਾਨ ਸਾਹਿਬ ਗੁਰਧਾਮਾਂ ਦੇ ਉੱਤੇ ਜਾਂ ਜਿੱਥੇ ਧਰਮਸ਼ਾਲਾ ਸਨ ਉੱਥੇ ਲਹਿਰਾਇਆ ਜਾਂਦਾ ਸੀ, ਫਹਿਰਾਇਆ ਜਾਂਦਾ ਸੀ। ਪਰ ਉਸ ਦਾ ਜਿਹੜਾ ਰੰਗ ਹੈ ਉਹ ਸਫੇਦ ਹੁੰਦਾ ਸੀ। ਗੁਰਬਾਣੀ ਦੇ ਅੰਦਰ ਉਸ ਗੱਲ ਦੀ ਉਗਾਹੀ ਹੈ ਕਿ ਜਿਸ ਧੀਰਜ ਧੁਰ ਧਵਲ ਤੁਜਾ ਸੇਤ ਬੈਕੁੰਠ ਬੀਣਾ। ਭਾਵ ਚਿੱਟੇ ਰੰਗ ਦਾ ਜਿਹੜਾ ਹੈ, ਤੁਜਾ ਤੋਂ ਭਾਵ ਹੈ ਝੰਡਾ, ਨਿਸ਼ਾਨ ਸਾਹਿਬ, ਇਹ ਉਸ ਵੇਲੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਗੋਇੰਦਵਾਲ ਸਾਹਿਬ ਵਿਖੇ ਲਹਿਰਾਉਂਦਾ ਸੀ। ਤੇ ਇਸ ਦੇ ਉੱਤੇ ਵਿਦਵਾਨਾਂ ਦੇ ਵੱਲੋਂ ਇਹ ਪ੍ਰਤੀਕ ਚਿੰਨ੍ਹ ਦੱਸੇ ਗਏ ਹਨ ਕਿ ਇਸ ਦੇ ਉੱਪਰ ਇੱਕ ਓਅੰਕਾਰ ਲਿਖਿਆ ਹੁੰਦਾ ਸੀ। ਚਿੱਟਾ ਕੱਪੜਾ ਹੁੰਦਾ ਸੀ, ਉਸ ਦੇ ਉੱਤੇ ਨੀਲੇ ਰੰਗ ਦੇ ਨਾਲ ਇੱਕ ਓਅੰਕਾਰ ਲਿਖਿਆ ਹੁੰਦਾ ਸੀ।
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਵੀ ਨਿਸ਼ਾਨ ਸਾਹਿਬ ਜਿਹੜਾ ਹੈ ਉਹ ਝੂਲਦਾ ਸੀ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਵੀ ਝੂਲਦਾ ਸੀ, ਪਰ ਉਸ ਵੇਲੇ ਉਸ ਦਾ ਰੰਗ ਚਿੱਟਾ ਸੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਹੁੰਦੀ ਹੈ। ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਪੀਰੀ ਦੇ ਨਾਲ, ਜਿੱਥੇ ਮੀਰੀ ਦੀ ਕਿਰਪਾਨ ਪਾਉਂਦੇ ਹਨ, ਉੱਥੇ ਪੀਰੀ ਦੇ ਨਾਲ ਮੀਰੀ ਦਾ ਨਿਸ਼ਾਨ ਸਾਹਿਬ ਵੀ ਚੜ੍ਹਾਉਂਦੇ ਹਨ। ਉਸ ਦਾ ਰੰਗ ਜਿਹੜਾ ਹੈ ਉਹ ਸੁਰਮਈ ਜਾਂ ਕੇਸਰੀ ਰੱਖਿਆ ਜਾਂਦਾ ਹੈ। ਅਤੇ ਉਸ ਨਿਸ਼ਾਨ ਸਾਹਿਬ ਦੇ ਉੱਪਰ ਜਿਹੜਾ ਹੈ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਦੇ ਨਾਲ ਜੋੜਿਆ ਜਾਂਦਾ ਹੈ, ਕਿਉਂਕਿ ਪਹਿਲਾ ਨਿਸ਼ਾਨ ਸਾਹਿਬ ਜਿਹੜਾ ਹਰਿਮੰਦਰ ਸਾਹਿਬ 'ਤੇ ਝੂਲਦਾ ਸੀ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਸਭ ਤੋਂ ਪਹਿਲਾ ਨਿਸ਼ਾਨ ਸਾਹਿਬ ਜਿਹੜਾ ਹੈ 1609 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਲਹਿਰਾਇਆ ਗਿਆ ਸੀ। ਪਹਿਲਾ ਨਿਸ਼ਾਨ ਸਾਹਿਬ ਜਿਹੜਾ ਹੈ 1609 ਦੇ ਵਿੱਚ ਪਹਿਲੀ ਵਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਝੂਲਿਆ ਸੀ। ਇਸ ਤੋਂ ਮਗਰੋਂ ਇਹ ਜਿਹੜਾ ਨਿਸ਼ਾਨ ਸਾਹਿਬ ਹੈ ਜਾਂ ਝੰਡਾ ਕਹਿ ਲਓ, ਇਹ ਸਿੱਖ ਧਰਮ ਦੀਆਂ ਰਵਾਇਤਾਂ ਦੇ ਵਿੱਚ ਸ਼ਾਮਲ ਹੋ ਗਿਆ। ਉਸ ਤੋਂ ਬਾਅਦ ਕੋਈ ਵੀ ਗੁਰੂ ਘਰ ਐਸਾ ਨਹੀਂ ਜਿੱਥੇ ਨਿਸ਼ਾਨ ਸਾਹਿਬ ਨਾ ਝੂਲਦਾ ਹੋਵੇ, ਅਤੇ ਲਾਜ਼ਮੀ ਵੀ ਹੈ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਸਾਹਿਬ ਹੈ ਉੱਥੇ ਨਿਸ਼ਾਨ ਸਾਹਿਬ ਹੋਵੇ ਵੀ ਉੱਚਾ, ਜਿਹੜਾ ਦੂਰੋਂ ਹੀ ਸਾਨੂੰ ਦਿਖਾਈ ਦਿੰਦਾ ਹੋਵੇ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਜਦੋਂ ਕਿਸੇ ਨੂੰ ਪ੍ਰਚਾਰਕ ਥਾਪਦੇ ਸਨ ਅਤੇ ਉਸ ਨੂੰ ਇੱਕ ਦੱਖਣੀ ਬੈਲ ਦਿੰਦੇ ਸਨ, ਇੱਕ ਪੋਥੀ ਸਾਹਿਬ ਭਾਵ ਜਿਸ ਦੇ ਵਿੱਚ ਬਾਣੀ ਲਿਖੀ ਹੁੰਦੀ ਸੀ ਉਹ ਦਿੰਦੇ ਸਨ, ਅਤੇ ਦੂਸਰਾ ਇੱਕ ਨਿਸ਼ਾਨ ਸਾਹਿਬ ਦੇ ਕੇ ਤੋਰਦੇ ਸਨ। ਉਸ ਜਿਸ ਦੇ ਕੋਲ ਇਹ ਵਸਤੂਆਂ ਹੁੰਦੀਆਂ ਸਨ, ਇਹ ਨਿਸ਼ਾਨੀ ਹੁੰਦੀ ਸੀ ਕਿ ਇਹ ਗੁਰੂ ਘਰ ਦੇ ਵੱਲੋਂ ਥਾਪਿਆ ਹੋਇਆ ਪ੍ਰਚਾਰਕ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਵੀ ਜਿਹੜਾ ਹੈ ਉਹ ਨਿਸ਼ਾਨ ਸਾਹਿਬ ਨੂੰ ਵਡਿਆਈ ਦਿੱਤੀ ਗਈ। ਇਤਿਹਾਸ ਦੇ ਅਨੁਸਾਰ ਇਹ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਵੀ ਨਿਸ਼ਾਨ ਸਾਹਿਬ ਦੀ ਪਰਿਕਰਮਾ ਕਰਦੇ ਸਨ। ਪਹਿਲਾਂ ਵੀ ਤੇ ਬਜ਼ੁਰਗ ਹੁਣ ਵੀ ਪਹਿਲਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ ਅਤੇ ਫਿਰ ਨਿਸ਼ਾਨ ਸਾਹਿਬ ਦੀ ਪਰਿਕਰਮਾ ਵੀ ਕਰਦੇ ਹਨ, ਉਸ ਨੂੰ ਵੀ ਮੱਥਾ ਟੇਕਦੇ ਹਨ, ਕਿਉਂਕਿ ਉਹ ਵੀ ਸਾਡੇ ਧਰਮ ਦਾ ਜਿਹੜਾ ਇੱਕ ਅਨਿੱਖੜਵਾਂ ਅੰਗ ਹੈ। ਅਤੇ ਜਿੱਥੇ ਗੁਰੂ ਦਾ ਦੁਆਰਾ ਹੈ ਉੱਥੇ ਨਿਸ਼ਾਨ ਸਾਹਿਬ ਵੀ ਸੁਸ਼ੋਭਿਤ ਹੋਵੇਗਾ। ਇਸ ਦੇ ਉੱਤੇ ਫਰਲਾ ਲੱਗਿਆ ਹੋਇਆ ਹੈ, ਜੋ ਨਿਸ਼ਾਨੀ ਹੈ ਸਾਨੂੰ ਆਵਾਜ਼ਾਂ ਮਾਰਦਾ ਹੈ ਕਿ ਜੇ ਕੋਈ ਭੁੱਖਾ ਹੈ, ਲੋੜਵੰਦ ਹੈ, ਜ਼ਰੂਰਤਮੰਦ ਹੈ, ਕੋਈ ਦੁਖਿਆਰਾ ਹੈ, ਉਹ ਇਸ ਝੰਡੇ ਦੇ ਥੱਲੇ ਆ ਜਾਓ, ਤੁਹਾਡੀ ਹਰ ਤਰ੍ਹਾਂ ਦੀ ਜਿਹੜੀ ਹੈ ਲੋੜ ਉਹ ਇੱਥੋਂ ਪੂਰੀ ਹੋਵੇਗੀ। ਇਸ ਕਰਕੇ ਹੀ ਨਿਸ਼ਾਨ ਸਾਹਿਬ ਦੇ ਨਾਲ ਜਿਹੜਾ ਹੈ ਫਰਲਾ ਲੱਗਿਆ ਹੁੰਦਾ ਹੈ। ਅਤੇ ਫਰਲੇ ਦੇ ਅੰਦਰ ਦੋ ਜਿਹੜੀਆਂ ਹਨ, ਪਹਿਲਾਂ ਪਹਿਲ ਕਿਰਪਾਨਾਂ ਮੀਰੀ ਅਤੇ ਪੀਰੀ ਦੀਆਂ ਕੇਵਲ ਦਿਖਾਈਆਂ ਜਾਂਦੀਆਂ ਸਨ। ਜਦੋਂ 1881 ਦੇ ਵਿੱਚ 1775 ਦੇ ਵਿੱਚ ਪਹਿਲੀ ਵਾਰ ਦੋਨਾਂ ਨਿਸ਼ਾਨ ਸਾਹਿਬਾਂ ਨੂੰ ਇਕੱਠੇ ਇੱਕ ਥਾਂ ਦੇ ਉੱਤੇ ਲਾਇਆ ਗਿਆ ਸੀ, ਬਾਬਾ ਸੰਤੋਖ ਦਾਸ ਅਤੇ ਬਾਬਾ ਪ੍ਰੀਤਮ ਦਾਸ ਦੇ ਵੱਲੋਂ ਅਕਾਲ ਤਖਤ ਸਾਹਿਬ ਦੇ ਸਾਹਮਣੇ। ਉਸ ਤੋਂ ਪਹਿਲਾਂ ਨਿਸ਼ਾਨ ਸਾਹਿਬ ਅਕਾਲ ਤਖਤ ਸਾਹਿਬ ਵਾਲਾ ਅਲੱਗ ਸੀ ਅਤੇ ਹਰਿਮੰਦਰ ਸਾਹਿਬ ਵਾਲਾ ਅਲੱਗ ਸੀ। ਇਹਨਾਂ ਦੋਨਾਂ ਨੇ ਇਕੱਠੇ ਲਾਇਆ ਇਸ ਥਾਂ ਦੇ ਉੱਤੇ, ਅਤੇ ਇਹਨਾਂ ਨੂੰ ਮੀਰੀ ਅਤੇ ਪੀਰੀ ਦਾ ਨਾਮ ਦਿੱਤਾ ਗਿਆ। ਇਹ ਦੋਨੇ ਇੱਕੋ ਥਾਂ 'ਤੇ ਝੂਲਦੇ ਹਨ, ਅਲੱਗ-ਅਲੱਗ ਹਨ, ਪਰ ਉਹਨਾਂ ਨੂੰ ਇੱਕ ਸੂਤਰ ਦੇ ਵਿੱਚ ਪਰਾਉਣ ਦੇ ਵਾਸਤੇ ਇਹਨਾਂ ਨੂੰ ਆਪਸ ਦੇ ਵਿੱਚ ਵਿਚਕਾਰ ਤੋਂ ਬੰਨ੍ਹਿਆ ਗਿਆ ਹੈ ਖੰਡੇ ਦੇ ਨਾਲ। ਖੰਡੇ ਦੇ ਵਿੱਚ ਇੱਕ ਚੱਕਰ ਹੈ ਜਿਹੜਾ ਸਾਰੇ ਬ੍ਰਹਿਮੰਡ ਦਾ ਸਾਂਝਾ ਹੋਣ ਦਾ ਸੂਚਕ ਹੈ। ਦੋ ਕਿਰਪਾਨਾਂ ਹਨ ਮੀਰੀ ਅਤੇ ਪੀਰੀ ਦੀਆਂ, ਇੱਕ ਵਿਚਕਾਰ ਸਿੱਧਾ ਖੰਡਾ ਹੈ ਜਿਹੜਾ ਅਕਾਲ ਪੁਰਖ ਪਰਮਾਤਮਾ ਦੀ ਜਿਹੜੀ ਸ਼ਕਤੀ ਹੈ ਉਸ ਦਾ ਪ੍ਰਤੀਕ ਹੈ। ਇਸ ਤਰੀਕੇ ਦੇ ਨਾਲ ਇਹ ਨਿਸ਼ਾਨ ਸਾਹਿਬ ਜਿਹੜਾ ਹੈ ਇਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਤੋਂ ਝੂਲਦਾ ਆਇਆ ਹੈ। ਅੱਜ ਕੱਲ੍ਹ ਜਿਹੜਾ ਇਸ ਦਾ ਸਰੂਪ ਹੈ ਕਿ ਇਸ ਦੇ ਇੱਕ ਪਾਸੇ ਖੰਡਾ ਹੈ ਅਤੇ ਫਰਲੇ ਦੇ ਦੂਸਰੇ ਪਾਸੇ ਜਿਹੜਾ ਹੈ ਉਹ ਇੱਕ ਓਂਕਾਰ ਬਣਿਆ ਹੋਇਆ ਹੈ। ਇਸ ਤਰੀਕੇ ਦੇ ਨਾਲ ਇਹ ਨਿਸ਼ਾਨ ਸਾਹਿਬ ਝੂਲਦਾ ਹੈ। ਬਹੁਤੇ ਨਿਹੰਗ ਸਿੰਘਾਂ ਦੇ ਸਿਰਾਂ ਦੇ ਉੱਤੇ ਤੁਸੀਂ ਦੇਖੋਗੇ ਕਿ ਉਹਨਾਂ ਨੇ ਜਦੋਂ ਦੁਮਾਲਾ ਸਜਾਇਆ ਹੁੰਦਾ ਹੈ
ਉਸ ਦੇ ਉੱਤੇ ਇੱਕ ਫਰਲਾ ਕੱਢਿਆ ਹੁੰਦਾ ਅਤੇ ਉਸ ਦੇ ਸਾਹਮਣੇ ਇਸੇ ਤਰੀਕੇ ਦੇ ਨਾਲ 2 ਕਿਰਪਾਨਾਂ, ਇੱਕ ਚੱਕਰ ਅਤੇ ਵਿਚਕਾਰ ਦੀ ਖੰਡਾ ਫਸਾ ਕੇ ਨਿਸ਼ਾਨ ਸਾਹਿਬ ਦਾ ਰੂਪ ਦਿੱਤਾ ਹੁੰਦਾ ਹੈ। ਇਹ ਨਿਹੰਗਾਂ ਦੇ ਮੁਖੀ ਬਾਬਾ ਰੈਣਾ ਸਿੰਘ ਨੇ ਸ਼ੁਰੂ ਕੀਤਾ ਸੀ ਅਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਸਾਡੇ ਸਿਰ ਦੇ ਉੱਤੇ ਅਕਾਲ ਪੁਰਖ ਪਰਮਾਤਮਾ ਦਾ ਝੰਡਾ ਹੈ ਅਤੇ ਅਸੀਂ ਕਦੇ ਵੀ ਕਿਸੇ ਦੇ ਅਧੀਨ ਨਹੀਂ ਹਾਂ। ਅਸੀਂ ਕੇਵਲ ਅਤੇ ਕੇਵਲ ਆਪਣੀ ਆਜ਼ਾਦ ਸ਼ਕਤੀ ਦੇ ਪ੍ਰਤੀਕ ਹਾਂ। ਅਸੀਂ ਕੇਵਲ ਇੱਕ ਅਕਾਲ ਪੁਰਖ ਪਰਮਾਤਮਾ ਦੇ ਅਧੀਨ ਹਾਂ। ਇਸ ਲਈ ਅਸੀਂ ਸਿਰ ਦੇ ਉੱਤੇ ਸਦਾ ਹੀ ਨਿਸ਼ਾਨ ਸਾਹਿਬ ਲਗਾਉਂਦੇ ਹਾਂ, ਫਰਲਾ ਸਜਾਉਂਦੇ ਹਾਂ। ਇਸ ਤਰੀਕੇ ਦੇ ਨਾਲ ਇਹ ਨਿਸ਼ਾਨ ਸਾਹਿਬ ਦੀ ਵਡਿਆਈ ਜੋ ਗੁਰੂ ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਤੋਂ ਚੱਲੀ ਆ ਰਹੀ ਹੈ, ਇਹ ਸਦੀਵ ਕਾਲ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰਹੇ, ਉਸ ਦੀ ਅਸੀਂ ਅਰਦਾਸ ਦੇ ਵਿੱਚ ਨਿਤਾ ਪ੍ਰਤੀ ਮੰਗ ਕਰਦੇ ਹਾਂ ਗੁਰੂ ਪਾਤਸ਼ਾਹ ਜੀ ਦੇ ਪਾਸੋਂ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਰਹਿਮਤ ਕਰਨ ਸਾਡੇ ਸਾਰਿਆਂ ਦੇ ਉੱਤੇ ਕਿ ਅਸੀਂ ਜਿੱਥੇ ਗੁਰਬਾਣੀ ਨੂੰ ਸਾਂਭਣਾ ਹੈ, ਇਤਿਹਾਸ ਨੂੰ ਸਾਂਭਣਾ ਹੈ, ਉੱਥੇ ਆਪਣੀਆਂ ਰਵਾਇਤਾਂ ਨੂੰ, ਆਪਣੀਆਂ ਸਿੱਖੀ ਨਿਸ਼ਾਨੀਆਂ ਨੂੰ ਵੀ ਤਤਪਰਤਾ ਦੇ ਨਾਲ, ਚੜ੍ਹਦੀ ਕਲਾ ਦੇ ਨਾਲ ਪਹਿਰਾ ਦੇ ਕੇ ਸੰਭਾਲਣਾ ਹੈ। ਤਾਂ ਅਸੀਂ ਜੁਗੋ ਜੁਗ ਅਟਲਤਾ ਦੀ ਅਰਦਾਸ ਦੇ ਵਿੱਚ ਸਫਲ ਹੋਵਾਂਗੇ। ਤਾਂ ਸਾਡੇ ਉੱਤੇ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਹੋਵੇਗੀ ਜੀ। ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।